ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡੀ ਆਪਣੀ ਮੈਂਟਰ ਵਾਈਜੀ ਕੋਚਿੰਗ ਤੋਂ। ਕਦੇ ਸੋਚਿਆ ਹੈ ਕਿ ਸੀਟੈਟ ਦੇ ਇਮਤਿਹਾਨ ਦਾ ਇੱਕ ਬਹੁਤ ਵੱਡਾ ਹਿੱਸਾ ਮਤਲਬ ਲਗਭਗ 10 ਤੋਂ 15% ਸਵਾਲ ਸਿਰਫ 3 ਮਨੋਵਿਗਿਆਨੀਆਂ ਦੇ ਵਿਚਾਰਾਂ ਤੇ ਟਿਕੇ ਹੁੰਦੇ ਨੇ। ਜੀ ਹਾਂ, ਇਹ 3 ਨਾਮ ਨੇ ਜੀਨ ਪਿਆਜੇ, ਲੇ ਵਾਇਗੋਤਸਕੀ ਅਤੇ ਲਾਰੈਂਸ ਕੋਲਬਰਟ। ਇਹਨਾਂ ਨੂੰ ਨਾ ਸੀਟੈਟ ਦੇ ਤ੍ਰਿਮੂਰਤੀ ਲਈ ਕਿਹਾ ਜਾਂਦਾ ਹੈ ਤੇ ਇਹਨਾਂ ਨੂੰ ਸਮਝਣਾ ਸਿਰਫ ਇੱਕ ਆਪਸ਼ਨ ਨਹੀਂ, ਸਗੋਂ ਇਮਤਿਹਾਨ ਪਾਸ ਕਰਨ ਦੀ ਇੱਕ ਜ਼ਰੂਰਤ ਹੈ। ਹਾਂ, ਬਿਲਕੁਲ ਸਹੀ ਸੁਣਿਆ। ਜੇ ਇਹਨਾਂ ਤਿੰਨਾਂ ਦੇ ਸਿਧਾਂਤਾਂ ਦੀ ਡੂੰਘਾਈ ਸਮਝ ਆ ਜਾਵੇ ਤਾਂ ਸਿਰਫ ਬਾਲ ਵਿਕਾਸ ਯਾਨੀ ਸੀਡੀਪੀ ਵਿੱਚ ਹੀ ਨਹੀਂ, ਬਲਕਿ ਭਾਸ਼ਾ ਤੇ ਗਣਿਤ ਦੀ ਪੈਡਾਗੋਜੀ ਵਿੱਚ ਵੀ ਲਗਭਗ 15 ਅੰਕ ਪੱਕੇ ਹੋ ਜਾਂਦੇ ਨੇ। ਪਰ ਜੇ ਇਹਨਾਂ ਨੂੰ ਛੱਡ ਦਿੱਤਾ ਤਾਂ ਸਿਰਫ ਨੰਬਰਾਂ ਦਾ ਨੁਕਸਾਨ ਨਹੀਂ ਹੁੰਦਾ, ਸਗੋਂ ਪੂਰੀ ਸਿੱਖਿਆ ਸ਼ਾਸਤਰ ਦੀ ਜਿਹੜੀ ਨੀਂਹ ਹੈ ਉਹ ਕਮਜ਼ੋਰ ਰਹਿ ਜਾਂਦੀ ਹੈ। ਅਸਲ ਵਿੱਚ ਇਹ ਤਿੰਨੇ ਵਿਚਾਰਕ ਸਿੱਖਿਆ ਸ਼ਾਸਤਰ ਦੇ ਸਭ ਤੋਂ ਵੱਡੇ ਸਵਾਲਾਂ ਨਾਲ ਜੂਝ ਰਹੇ ਸਨ, ਜਿਵੇਂ ਕਿ ਕੀ ਬੱਚੇ ਦਾ ਪਹਿਲਾਂ ਦਿਮਾਗੀ ਵਿਕਾਸ ਹੁੰਦਾ ਹੈ ਤੇ ਫਿਰ ਉਹ ਸਿੱਖਦਾ ਹੈ, ਜਾਂ ਫਿਰ ਸਿੱਖਣ ਦੀ ਪ੍ਰਕਿਰਿਆ ਹੀ ਉਸ ਦੇ ਵਿਕਾਸ ਨੂੰ ਅੱਗੇ ਵਧਾਉਂਦੀ ਹੈ। ਇੱਕ ਹੋਰ ਵੱਡਾ ਸਵਾਲ, ਕੀ ਬੱਚੇ ਦੇ ਮਨ ਵਿੱਚ ਪਹਿਲਾਂ ਵਿਚਾਰ ਆਉਂਦਾ ਹੈ ਤੇ ਫਿਰ ਉਹ ਬੋਲਦਾ ਹੈ, ਜਾਂ ਭਾਸ਼ਾ ਹੀ ਉਸ ਦੇ ਵਿਚਾਰਾਂ ਨੂੰ ਸ਼ਕਲ ਦਿੰਦੀ ਹੈ। ਇਹੀ ਉਹ ਬੁਨਿਆਦੀ ਬਹਿਸਾਂ ਨੇ ਜਿਨ੍ਹਾਂ ਨੂੰ ਅੱਜ ਅਸੀਂ ਇਸ ਵਿਸ਼ਲੇਸ਼ਣ ਰਾਹੀਂ ਸੁਲਝਾਉਣ ਦੀ ਕੋਸ਼ਿਸ਼ ਕਰਾਂਗੇ। ਤਾਂ ਚਲੋ ਇਸ ਸਫ਼ਰ ਤੇ ਚੱਲਦੇ ਹਾਂ। ਅਸੀਂ ਇੱਕ-ਇੱਕ ਕਰਕੇ ਇਹਨਾਂ ਸਿਧਾਂਤਾਂ ਨੂੰ ਸਮਝਾਂਗੇ, ਨਾਲ ਹੀ ਉਹਨਾਂ ਖਾਸ ਸ਼ਬਦਾਂ ਨੂੰ ਫੜਾਂਗੇ ਜੋ ਇਮਤਿਹਾਨ ਵਿੱਚ ਸਿੱਧਾ ਸਹੀ ਜਵਾਬ ਤੱਕ ਲੈ ਕੇ ਜਾਂਦੇ ਨੇ। ਅਸੀਂ ਹਰ ਥਿਊਰੀ ਦੀ ਗਹਿਰਾਈ ਵਿੱਚ ਜਾਵਾਂਗੇ ਤੇ ਦੇਖਾਂਗੇ ਕਿ ਉਹ ਇੱਕ ਦੂਜੇ ਤੋਂ ਵੱਖਰੀਆਂ ਕਿਵੇਂ ਨੇ। ਠੀਕ ਹੈ, ਤਾਂ ਆਪਣਾ ਸਫ਼ਰ ਸ਼ੁਰੂ ਕਰਦੇ ਹਾਂ ਜੀ ਜੀਨ ਪਿਆਜੇ ਨਾਲ। ਪਿਆਜੇ ਨੂੰ ਇੱਕ ਖਾਸ ਨਾਮ ਦਿੱਤਾ ਗਿਆ ਹੈ, ਮੌਲਿਕ ਰਚਨਾਵਾਦੀ, ਜਿਸ ਨੂੰ ਅੰਗਰੇਜ਼ੀ ਵਿੱਚ ਕਹਿੰਦੇ ਨੇ ਰੈਡੀਕਲ ਕੰਸਟਰਕਟਿਵਿਸਟ। ਇਸ ਦਾ ਸਿੱਧਾ ਮਤਲਬ ਹੈ ਕਿ ਪਿਆਜੇ ਮੰਨਦੇ ਸਨ ਕਿ ਬੱਚਾ ਆਪਣੇ ਗਿਆਨ ਦਾ ਨਿਰਮਾਣ ਖੁਦ ਕਰਦਾ ਹੈ, ਆਪਣੇ ਤਜਰਬਿਆਂ ਰਾਹੀਂ। ਪਿਆਜੇ ਲਈ ਹਰ ਬੱਚਾ ਇੱਕ ਨਿੱਕਾ ਵਿਗਿਆਨੀ ਹੈ, ਯਾਨੀ ਲਿਟਲ ਸਾਇੰਟਿਸਟ। ਉਹ ਕੋਈ ਖਾਲੀ ਭਾਂਡਾ ਨਹੀਂ ਜਿਸ ਵਿੱਚ ਅਸੀਂ ਗਿਆਨ ਭਰ ਦਈਏ, ਸਗੋਂ ਉਹ ਤਾਂ ਆਪਣੇ ਆਲੇ-ਦੁਆਲੇ ਦੀ ਦੁਨੀਆ ਨਾਲ ਲਗਾਤਾਰ ਖੋਜ ਕਰਦਾ ਹੈ, ਚੀਜ਼ਾਂ ਨੂੰ ਛੂੰਹਦਾ ਹੈ, ਤੋੜਦਾ ਹੈ, ਜੋੜਦਾ ਹੈ ਤੇ ਇਹਨਾਂ ਸਾਰੀਆਂ ਕਿਰਿਆਵਾਂ ਰਾਹੀਂ ਆਪਣੀ ਸਮਝ ਖੁਦ ਬਣਾਉਂਦਾ ਹੈ। ਉਸ ਦਾ ਗਿਆਨ ਅੰਦਰੋਂ ਆਉਂਦਾ ਹੈ, ਬਾਹਰੋਂ ਥੋਪਿਆ ਨਹੀਂ ਜਾਂਦਾ। ਵਿਦਿਆਰਥੀਓ, ਜੇਕਰ ਤੁਹਾਨੂੰ ਸਾਡੀਆਂ ਇਹ ਕਲਾਸਾਂ ਪਸੰਦ ਆ ਰਹੀਆਂ ਹਨ ਤਾਂ ਯਕੀਨ ਮੰਨੋ ਤੁਹਾਨੂੰ ਸਾਡੀ ਮੌਕ ਟੈਸਟ ਸੀਰੀਜ਼ ਵੀ ਬਹੁਤ ਪਸੰਦ ਆਵੇਗੀ। ਇਸ ਦੇ ਕੁਝ ਸੈਂਪਲ ਦੇਖਣ ਲਈ ਸਾਡੇ ਟੈਲੀਗ੍ਰਾਮ ਚੈਨਲ ਤੇ ਜਾਓ, ਜਿਸ ਦਾ ਲਿੰਕ ਤੁਹਾਨੂੰ ਹੇਠਾਂ ਡਿਸਕ੍ਰਿਪਸ਼ਨ ਅਤੇ ਪਿਨ ਕੀਤੇ ਕਮੈਂਟ ਸੈਕਸ਼ਨ ਵਿੱਚ ਮਿਲ ਜਾਵੇਗਾ। ਹੁਣ ਪਿਆਜੇ ਦੇ ਸਿਧਾਂਤ ਦੀ ਸਭ ਤੋਂ ਵੱਡੀ ਤੇ ਸਭ ਤੋਂ ਜ਼ਰੂਰੀ ਲਾਈਨ, ਡਿਵੈਲਪਮੈਂਟ ਲੀਡਸ ਲਰਨਿੰਗ। ਇਸ ਦਾ ਮਤਲਬ ਹੈ ਕਿ ਵਿਕਾਸ ਪਹਿਲਾਂ ਹੁੰਦਾ ਹੈ ਤੇ ਸਿੱਖਣਾ ਉਸ ਦੇ ਪਿੱਛੇ ਆਉਂਦਾ ਹੈ। ਜਿਵੇਂ-ਜਿਵੇਂ ਬੱਚੇ ਦੀ ਉਮਰ ਵੱਧਦੀ ਹੈ, ਉਸ ਦੀ ਜੈਵਿਕ ਪਰਿਪੱਕਤਾ ਹੁੰਦੀ ਹੈ, ਜਿਸ ਨੂੰ ਅੰਗਰੇਜ਼ੀ 'ਚ ਬਾਇਓਲੋਜੀਕਲ ਮੈਚੂਰੇਸ਼ਨ ਕਹਿੰਦੇ ਨੇ। ਮਤਲਬ ਕਿਸੇ 5 ਸਾਲ ਦੇ ਬੱਚੇ ਨੂੰ ਉਹ ਗਣਿਤ ਨਹੀਂ ਸਿਖਾਇਆ ਜਾ ਸਕਦਾ, ਜਿਸ ਲਈ ਉਸ ਦਾ ਦਿਮਾਗ ਹਲੇ ਤਿਆਰ ਹੀ ਨਹੀਂ ਹੈ। ਪਹਿਲਾਂ ਦਿਮਾਗ ਵਿਕਸਿਤ ਹੋਵੇਗਾ, ਫਿਰ ਹੀ ਉਹ ਉਸ ਪੱਧਰ ਦੀ ਚੀਜ਼ ਸਿੱਖ ਸਕੇਗਾ। ਇਸ ਲਈ ਪਿਆਜੇ ਲਈ ਉਮਰ ਬਹੁਤ ਹੀ ਮਹੱਤਵਪੂਰਨ ਹੈ। ਤਾਂ ਸਵਾਲ ਇਹ ਹੈ ਕਿ ਇਹ ਨਿੱਕਾ ਵਿਗਿਆਨੀ ਗਿਆਨ ਬਣਾਉਂਦਾ ਕਿਵੇਂ ਹੈ? ਇਸ ਦੀ ਪ੍ਰਕਿਰਿਆ ਕੀ ਹੈ? ਪਿਆਜੇ ਨੇ ਇਸ ਦੇ ਲਈ 2 ਬਹੁਤ ਖਾਸ ਸੰਕਲਪ ਦਿੱਤੇ ਨੇ। ਚਲੋ ਇਹਨਾਂ ਨੂੰ ਇੱਕ ਬਹੁਤ ਹੀ ਆਸਾਨ ਜਿਹੀ ਉਦਾਹਰਣ ਨਾਲ ਸਮਝਦੇ ਹਾਂ। ਪਹਿਲੀ ਪ੍ਰਕਿਰਿਆ ਹੈ ਆਤਮ-ਸਾਤੀਕਰਨ, ਯਾਨੀ ਐਸਿਮੀਲੇਸ਼ਨ। ਇਸ ਦਾ ਮਤਲਬ ਹੈ ਨਵੀਂ ਜਾਣਕਾਰੀ ਨੂੰ ਆਪਣੇ ਪੁਰਾਣੇ ਗਿਆਨ ਦੇ ਢਾਂਚੇ ਵਿੱਚ ਫਿੱਟ ਕਰਨਾ। ਪਿਆਜੇ ਇਸ ਢਾਂਚੇ ਨੂੰ ਸਕੀਮਾ ਕਹਿੰਦੇ ਨੇ। ਮੰਨ ਲਓ ਇੱਕ ਬੱਚੇ ਨੇ ਕੁੱਤਾ ਦੇਖਿਆ। ਉਸ ਦੇ ਦਿਮਾਗ ਵਿੱਚ ਇੱਕ ਸਕੀਮਾ ਬਣ ਗਿਆ ਕਿ 4 ਲੱਤਾਂ ਤੇ 1 ਪੂੰਛ ਵਾਲਾ ਜਾਨਵਰ ਕੁੱਤਾ ਹੁੰਦਾ ਹੈ। ਹੁਣ ਜਦੋਂ ਉਹ ਅਗਲੇ ਦਿਨ ਇੱਕ ਬਿੱਲੀ ਦੇਖਦਾ ਹੈ, ਜਿਸ ਦੀਆਂ ਵੀ 4 ਲੱਤਾਂ ਤੇ 1 ਪੂੰਛ ਹੈ, ਤਾਂ ਉਹ ਉਸ ਨੂੰ ਵੀ ਕੁੱਤਾ ਕਹਿੰਦਾ ਹੈ। ਉਸਨੇ ਨਵੀਂ ਚੀਜ਼ ਨੂੰ ਪੁਰਾਣੇ ਸਕੀਮਾ ਵਿੱਚ ਹੀ ਫਿੱਟ ਕਰ ਲਿਆ। ਬਸ ਇਹੀ ਹੈ ਆਤਮ-ਸਾਤੀਕਰਨ। ਪਰ ਜਿਵੇਂ ਹੀ ਉਹ ਬਿੱਲੀ ਮਿਆਉਂ ਕਰਦੀ ਹੈ, ਬੱਚੇ ਦੇ ਦਿਮਾਗ ਵਿੱਚ ਇੱਕ ਗੜਬੜ ਹੁੰਦੀ ਹੈ, ਇੱਕ ਅਸੰਤੁਲਨ ਪੈਦਾ ਹੁੰਦਾ ਹੈ, ਜਿਸ ਨੂੰ ਕਹਿੰਦੇ ਨੇ ਡਿਸਇਕੁਇਲਿਬਰੀਅਮ। ਉਸ ਨੂੰ ਲੱਗਦਾ ਹੈ ਕਿ ਕੁਝ ਤਾਂ ਗਲਤ ਹੈ। ਇਸ ਉਲਝਣ ਨੂੰ ਦੂਰ ਕਰਨ ਲਈ ਹੁਣ ਉਸ ਨੂੰ ਆਪਣਾ ਪੁਰਾਣਾ ਸਕੀਮਾ ਬਦਲਣਾ ਪਵੇਗਾ ਤੇ ਇੱਥੇ ਦੂਜੀ ਪ੍ਰਕਿਰਿਆ ਕੰਮ ਆਉਂਦੀ ਹੈ, ਸਮਾਯੋਜਨ ਯਾਨੀ ਐਕੋਮੋਡੇਸ਼ਨ। ਹੁਣ ਬੱਚਾ ਆਪਣੇ ਦਿਮਾਗ ਦੇ ਢਾਂਚੇ ਨੂੰ ਬਦਲੇਗਾ ਤੇ ਕੁੱਤੇ ਵਾਲੇ ਫੋਲਡਰ ਦੇ ਨਾਲ ਬਿੱਲੀ ਦਾ ਇੱਕ ਨਵਾਂ ਫੋਲਡਰ ਬਣਾਏਗਾ। ਬਸ ਇਸੇ ਤਰ੍ਹਾਂ ਆਤਮ-ਸਾਤੀਕਰਨ ਤੇ ਸਮਾਯੋਜਨ ਨਾਲ ਉਹ ਦੁਨੀਆ ਨੂੰ ਬਿਹਤਰ ਤਰੀਕੇ ਨਾਲ ਸਮਝਦਾ ਹੈ। ਅੱਛਾ, ਪਿਆਜੇ ਦਾ ਬੱਚਾ ਤਾਂ ਇੱਕ ਇਕੱਲਾ ਵਿਗਿਆਨੀ ਹੈ ਜੋ ਸਭ ਕੁਝ ਖੁਦ ਕਰ ਰਿਹਾ ਹੈ। ਪਰ ਇਸ ਪੂਰੀ ਕਹਾਣੀ ਵਿੱਚ ਸਮਾਜ, ਸੱਭਿਆਚਾਰ, ਮਾਪਿਓ, ਦੋਸਤ ਤੇ ਅਧਿਆਪਕ ਕਿੱਥੇ ਗਏ? ਇਹੀ ਸਵਾਲ ਸਾਨੂੰ ਸਿੱਧਾ ਲੈ ਕੇ ਜਾਂਦਾ ਹੈ ਲੇਵ ਵਾਇਗੋਤਸਕੀ ਕੋਲ। ਵਾਇਗੋਤਸਕੀ ਇੱਕ ਸਮਾਜਿਕ ਰਚਨਾਵਾਦੀ ਸਨ, ਜਿਸ ਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਸੋਸ਼ਲ ਕੰਸਟਰਕਟਿਵਿਸਟ। ਵਾਇਗੋਤਸਕੀ ਨੇ ਪਿਆਜੇ ਦੀ ਗੱਲ ਨੂੰ ਬਿਲਕੁਲ ਉਲਟਾ ਦਿੱਤਾ। ਉਹਨਾਂ ਨੇ ਕਿਹਾ ਲਰਨਿੰਗ ਲੀਡਸ ਡਿਵੈਲਪਮੈਂਟ,
ਯਾਨੀ ਸਿੱਖਣਾ ਵਿਕਾਸ ਨੂੰ ਅੱਗੇ ਖਿੱਚਦਾ ਹੈ, ਉਸ ਦੀ ਅਗਵਾਈ ਕਰਦਾ ਹੈ। ਉਹਨਾਂ ਲਈ ਬੱਚਾ ਗਿਆਨ ਇਕੱਲੇ ਨਹੀਂ ਬਣਾਉਂਦਾ, ਸਗੋਂ ਸਮਾਜ, ਸੱਭਿਆਚਾਰ ਤੇ ਭਾਸ਼ਾ ਦੀ ਮਦਦ ਨਾਲ ਬਣਾਉਂਦਾ ਹੈ। ਇਹ ਬਾਹਰ ਤੋਂ ਅੰਦਰ ਵੱਲ ਜਾਣ ਵਾਲੀ ਪ੍ਰਕਿਰਿਆ ਹੈ, ਜਿੱਥੇ ਬੱਚਾ ਪਹਿਲਾਂ ਦੂਜਿਆਂ ਤੋਂ ਸਿੱਖਦਾ ਹੈ ਤੇ ਫਿਰ ਉਹ ਗਿਆਨ ਉਸ ਦਾ ਆਪਣਾ ਹਿੱਸਾ ਬਣ ਜਾਂਦਾ ਹੈ। ਹੁਣ ਇਹ ਸਮਾਜਿਕ ਸਿੱਖਣਾ ਹੁੰਦਾ ਕਿਵੇਂ ਹੈ? ਇਸ ਨੂੰ ਸਮਝਾਉਣ ਲਈ ਵਾਈਗੋਟਸਕੀ ਨੇ 3 ਬਹੁਤ ਹੀ ਜ਼ਬਰਦਸਤ ਸੰਕਲਪ ਦਿੱਤੇ। ਇਹ ਇੰਨੇ ਜ਼ਰੂਰੀ ਨੇ ਕਿ ਸੀਟੇਟ ਦੇ ਪੇਪਰ ਵਿੱਚ ਲਗਭਗ ਹਰ ਵਾਰ ਆਉਂਦੇ ਨੇ। ਇਹਨਾਂ ਨੂੰ ਵਾਈਗੋਟਸਕੀ ਦੇ 3 ਹਥਿਆਰ ਵੀ ਕਿਹਾ ਜਾ ਸਕਦਾ ਹੈ। ਚਲੋ ਇਸ ਨੂੰ ਇੱਕ ਸਾਈਕਲ ਦੀ ਉਦਾਹਰਨ ਨਾਲ ਸਮਝਦੇ ਹਾਂ। ਇੱਕ ਬੱਚਾ ਸਾਈਕਲ ਚਲਾਉਣਾ ਸਿੱਖ ਰਿਹਾ ਹੈ। ਉਹ ਇਕੱਲਾ ਪੈਡਲ ਮਾਰ ਸਕਦਾ ਹੈ ਪਰ ਬੈਲੈਂਸ ਨਹੀਂ ਬਣਾ ਸਕਦਾ। ਉਸ ਦੇ ਪਿਤਾ ਪਿੱਛੋਂ ਸਾਈਕਲ ਫੜ ਕੇ ਉਸ ਦੀ ਮਦਦ ਕਰਦੇ ਨੇ। ਇੱਥੇ ਪਿਤਾ ਵਧੇਰੇ ਗਿਆਨਵਾਨ ਦੂਜਾ ਹੈ, ਯਾਨੀ ਮੋਰ ਨੌਲੇਜੇਬਲ ਅਦਰ ਜਾਂ MKO। ਉਹ ਜੋ ਥੋੜੇ ਸਮੇਂ ਲਈ ਮਦਦ ਦੇ ਰਹੇ ਨੇ ਉਸ ਨੂੰ ਪੌੜ ਜਾਂ ਢਾਂਚਾ ਕਿਹਾ ਜਾਂਦਾ ਹੈ, ਯਾਨੀ ਸਕੈਫੋਲਡਿੰਗ। ਅਤੇ ਉਹ ਦਾਇਰਾ ਜਿੱਥੇ ਬੱਚਾ ਮਦਦ ਨਾਲ ਉਹ ਕੰਮ ਕਰ ਸਕਦਾ ਹੈ ਜੋ ਇਕੱਲਾ ਨਹੀਂ ਕਰ ਸਕਦਾ ਸੀ, ਉਸ ਨੂੰ ਕਹਿੰਦੇ ਨੇ ਨੇੜਲੇ ਵਿਕਾਸ ਦਾ ਖੇਤਰ, ਯਾਨੀ ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ ਜਾਂ ZPD। ਇਹੀ ਉਹ ਥਾਂ ਹੈ ਜਿੱਥੇ ਅਸਲ ਸਿੱਖਣਾ ਹੁੰਦਾ ਹੈ। ਹੁਣ ਆਉਂਦੇ ਹਾਂ ਉਸ ਪੁਆਇੰਟ ਤੇ ਜਿੱਥੇ ਪਿਆਜੇ ਤੇ ਵਾਈਗੋਟਸਕੀ ਆਮੋ ਸਾਹਮਣੇ ਖੜੇ ਨੇ। ਇਹ ਉਹ ਵਿਸ਼ਾ ਹੈ ਜਿਸ ਤੇ ਇਮਤਿਹਾਨ ਵਿੱਚ ਸਿੱਧਾ ਸਵਾਲ ਬਣਦਾ ਹੈ। ਕਦੇ ਦੇਖਿਆ ਹੈ ਛੋਟੇ ਬੱਚੇ ਖੇਡਦੇ ਹੋਏ ਜਾਂ ਕੋਈ ਕੰਮ ਕਰਦੇ ਹੋਏ ਆਪਣੇ ਆਪ ਨਾਲ ਗੱਲਾਂ ਕਰਦੇ ਨੇ? ਇਸ ਦਾ ਕੀ ਮਤਲਬ ਹੈ? ਪਿਆਜੇ ਇਸ ਨੂੰ ਅਹਿਮ ਕੇਂਦਰਿਤ ਵਾਰਤਾ ਕਹਿੰਦੇ ਨੇ, ਯਾਨੀ ਈਗੋਸੈਂਟ੍ਰਿਕ ਸਪੀਚ। ਉਹਨਾਂ ਮੁਤਾਬਿਕ ਇਹ ਬੱਚੇ ਦੀ ਅਪਰਿਪੱਕਤਾ ਦੀ ਨਿਸ਼ਾਨੀ ਹੈ, ਕਿਉਂਕਿ ਉਹ ਦੂਜਿਆਂ ਦੇ ਨਜ਼ਰੀਏ ਨੂੰ ਨਹੀਂ ਸਮਝ ਸਕਦਾ। ਇਸ ਲਈ ਇਹ ਗੱਲਬਾਤ ਬੇਕਾਰ ਹੈ, ਇਸ ਦਾ ਕੋਈ ਫਾਇਦਾ ਨਹੀਂ। ਪਰ ਵਾਈਗੋਟਸਕੀ ਕਹਿੰਦੇ ਨੇ ਨਹੀਂ, ਰੁਕੋ। ਉਹ ਇਸ ਨੂੰ ਨਿੱਜੀ ਵਾਰਤਾ ਕਹਿੰਦੇ ਨੇ, ਯਾਨੀ ਪ੍ਰਾਈਵੇਟ ਸਪੀਚ। ਉਹਨਾਂ ਲਈ ਇਹ ਬਹੁਤ ਜ਼ਰੂਰੀ ਹੈ। ਬੱਚਾ ਭਾਸ਼ਾ ਨੂੰ ਇੱਕ ਔਜ਼ਾਰ ਵਾਂਗ ਵਰਤ ਰਿਹਾ ਹੈ ਤਾਂ ਕਿ ਉਹ ਆਪਣੇ ਕੰਮ ਨੂੰ ਦਿਸ਼ਾ ਦੇ ਸਕੇ, ਪਲਾਨ ਬਣਾ ਸਕੇ ਤੇ ਖੁਦ ਨੂੰ ਕੰਟਰੋਲ ਕਰ ਸਕੇ। ਇਸ ਨੂੰ ਕਹਿੰਦੇ ਨੇ ਸਵੈ ਨਿਯਮਨ, ਯਾਨੀ ਸੈਲਫ ਰੈਗੂਲੇਸ਼ਨ। ਠੀਕ ਹੈ, ਗਿਆਨ ਕਿਵੇਂ ਬਣਦਾ ਹੈ ਇਹ ਤਾਂ ਸਮਝ ਆ ਗਿਆ, ਪਰ ਕੋਈ ਇਹ ਕਿਵੇਂ ਤੈਅ ਕਰਦਾ ਹੈ ਕਿ ਕੀ ਸਹੀ ਹੈ ਤੇ ਕੀ ਗਲਤ? ਨੈਤਿਕਤਾ ਦਾ ਵਿਕਾਸ ਕਿਵੇਂ ਹੁੰਦਾ ਹੈ? ਇਸ ਮਾਮਲੇ ਵਿੱਚ ਸਭ ਤੋਂ ਵੱਡਾ ਨਾਮ ਹੈ ਲਾਰੈਂਸ ਕੋਹਲਬਰਗ, ਜਿਨ੍ਹਾਂ ਨੇ ਨੈਤਿਕ ਵਿਕਾਸ ਦਾ ਸਿਧਾਂਤ ਦਿੱਤਾ, ਜਿਸ ਨੂੰ ਥਿਊਰੀ ਆਫ ਮੋਰਲ ਡਿਵੈਲਪਮੈਂਟ ਕਹਿੰਦੇ ਆ। ਕੋਹਲਬਰਗ ਨੇ ਲੋਕਾਂ ਨੂੰ ਕੁਝ ਨੈਤਿਕ ਦੁਵਿਧਾਵਾਂ ਸੁਣਾਈਆਂ, ਯਾਨੀ ਮੋਰਲ ਡਾਇਲੇਮਾਸ, ਜਿਨ੍ਹਾਂ ਵਿੱਚੋਂ ਸਭ ਤੋਂ ਮਸ਼ਹੂਰ ਹੈ ਹਾਈਨਜ਼ ਦੁਵਿਧਾ। ਕਹਾਣੀ ਇਹ ਹੈ ਕਿ ਹਾਈਨਜ਼ ਦੀ ਪਤਨੀ ਮਰਨੇ ਵਾਲੀ ਹੈ ਤੇ ਦਵਾਈ ਬਹੁਤ ਮਹਿੰਗੀ ਹੈ। ਹਾਈਨਜ਼ ਦਵਾਈ ਚੋਰੀ ਕਰ ਲੈਂਦਾ ਹੈ। ਕੋਹਲਬਰਗ ਦਾ ਸਵਾਲ ਇਹ ਨਹੀਂ ਸੀ ਕਿ ਹਾਈਨਜ਼ ਨੇ ਸਹੀ ਕੀਤਾ ਜਾਂ ਗਲਤ। ਉਹਨਾਂ ਦੀ ਦਿਲਚਸਪੀ ਇਸ ਗੱਲ ਵਿੱਚ ਸੀ ਕਿ ਲੋਕ ਆਪਣੇ ਜਵਾਬ ਪਿੱਛੇ ਤਰਕ ਕੀ ਦਿੰਦੇ ਨੇ, ਯਾਨੀ ਰੀਜ਼ਨਿੰਗ। ਕਿਉਂ ਦਾ ਜਵਾਬ ਕੀ ਦੇ ਜਵਾਬ ਨਾਲੋਂ ਜ਼ਿਆਦਾ ਜ਼ਰੂਰੀ ਸੀ। ਇਸੇ ਤਰਕ ਦੇ ਆਧਾਰ ਤੇ ਕੋਹਲਬਰਗ ਨੇ ਨੈਤਿਕਤਾ ਦੇ 3 ਪੱਧਰ ਦੱਸੇ। ਪਹਿਲਾ ਹੈ ਪੂਰਵ ਪਰੰਪਰਾਗਤ, ਯਾਨੀ ਪ੍ਰੀ ਕਨਵੈਨਸ਼ਨਲ। ਇਸ ਪੱਧਰ ਤੇ ਸਹੀ ਗਲਤ ਦਾ ਮਤਲਬ ਹੁੰਦਾ ਹੈ ਸਜ਼ਾ ਤੋਂ ਬਚਣਾ ਜਾਂ ਇਨਾਮ ਲੈਣਾ, ਜਿਵੇਂ ਮੈਂ ਚੋਰੀ ਨਹੀਂ ਕਰਾਂਗਾ ਕਿਉਂਕਿ ਮੈਨੂੰ ਮਾਰ ਪਵੇਗੀ। ਦੂਜਾ ਪੱਧਰ ਹੈ ਪਰੰਪਰਾਗਤ, ਯਾਨੀ ਕਨਵੈਨਸ਼ਨਲ। ਇੱਥੇ ਨੈਤਿਕਤਾ ਸਮਾਜ ਦੇ ਨਿਯਮਾਂ ਤੇ ਚੱਲਦੀ ਹੈ, ਜਿਵੇਂ ਚੰਗੇ ਬੱਚੇ ਚੋਰੀ ਨਹੀਂ ਕਰਦੇ ਜਾਂ ਕਾਨੂੰਨ ਤੋੜਨਾ ਗਲਤ ਹੈ। ਤੇ ਤੀਜਾ ਤੇ ਸਭ ਤੋਂ ਉੱਚਾ ਪੱਧਰ ਹੈ ਉੱਤਰ ਪਰੰਪਰਾਗਤ, ਯਾਨੀ ਪੋਸਟ ਕਨਵੈਨਸ਼ਨਲ। ਇੱਥੇ ਇਨਸਾਨ ਸਮਾਜ ਦੇ ਕਾਨੂੰਨਾਂ ਤੋਂ ਵੀ ਉੱਪਰ ਉੱਠ ਕੇ ਮਨੁੱਖਤਾ ਦੇ ਸਿਧਾਂਤਾਂ ਤੇ ਫੈਸਲੇ ਲੈਂਦਾ ਹੈ, ਜਿਵੇਂ ਕਿ ਕਿਸੇ ਦੀ ਜਾਨ ਬਚਾਉਣਾ ਕਾਨੂੰਨ ਦੀ ਪਾਲਣਾ ਕਰਨ ਨਾਲੋਂ ਵੱਧ ਜ਼ਰੂਰੀ ਹੈ। ਪਰ ਕੋਹਲਬਰਗ ਦਾ ਸਿਧਾਂਤ ਬਿਲਕੁਲ ਸਹੀ ਨਹੀਂ ਸੀ। ਇਸ ਦੀ ਇੱਕ ਬਹੁਤ ਵੱਡੀ ਆਲੋਚਨਾ ਹੋਈ, ਜਿਸ ਬਾਰੇ ਇਮਤਿਹਾਨ ਵਿੱਚ ਅਕਸਰ ਪੁੱਛਿਆ ਜਾਂਦਾ ਹੈ। ਇਹ ਆਲੋਚਨਾ ਸਾਨੂੰ ਦੱਸਦੀ ਹੈ ਕਿ ਕੋਈ ਵੀ ਸਿਧਾਂਤ ਆਪਣੇ ਆਪ ਵਿੱਚ ਪੂਰਾ ਨਹੀਂ ਹੁੰਦਾ। ਇਹ ਆਲੋਚਨਾ ਕੋਹਲਬਰਗ ਦੀ ਹੀ ਇੱਕ ਵਿਦਿਆਰਥਣ ਕੈਰਲ ਗਿਲੀਗਨ ਨੇ ਕੀਤੀ ਸੀ। ਉਹਨਾਂ ਨੇ ਕਿਹਾ ਕਿ ਕੋਹਲਬਰਗ ਦਾ ਸਿਧਾਂਤ ਲਿੰਗਿਕ ਪੱਖਪਾਤੀ ਹੈ, ਯਾਨੀ ਜੈਂਡਰ ਬਾਇਸਡ। ਕਿਉਂ? ਕਿਉਂਕਿ ਉਹਨਾਂ ਨੇ ਆਪਣੀ ਸਾਰੀ ਖੋਜ ਸਿਰਫ ਮੁੰਡਿਆਂ ਤੇ ਆਦਮੀਆਂ ਤੇ ਕੀਤੀ ਸੀ ਅਤੇ ਔਰਤਾਂ ਦੇ ਨੈਤਿਕ ਵਿਚਾਰਾਂ ਨੂੰ ਸ਼ਾਮਿਲ ਹੀ ਨਹੀਂ ਕੀਤਾ ਸੀ। ਗਿਲੀਗਨ ਨੇ ਸਮਝਾਇਆ ਕਿ ਮਰਦ ਅਕਸਰ ਨਿਆਂ ਦੀ ਨੈਤਿਕਤਾ ਨਾਲ ਸੋਚਦੇ ਨੇ, ਯਾਨੀ ਐਥਿਕ ਆਫ ਜਸਟਿਸ, ਜੋ ਨਿਯਮਾਂ ਤੇ ਤਰਕ ਤੇ ਜ਼ੋਰ ਦਿੰਦੀ ਹੈ। ਇਸ ਦੇ ਉਲਟ ਔਰਤਾਂ ਅਕਸਰ ਦੇਖਭਾਲ ਦੀ ਨੈਤਿਕਤਾ ਨਾਲ ਸੋਚਦੀਆਂ ਨੇ, ਯਾਨੀ ਐਥਿਕ ਆਫ ਕੇਅਰ, ਜੋ ਰਿਸ਼ਤਿਆਂ, ਹਮਦਰਦੀ ਤੇ ਜ਼ਿੰਮੇਵਾਰੀ ਨੂੰ ਵੱਧ ਮਹੱਤਵ ਦਿੰਦੀ ਹੈ। ਕੋਹਲਬਰਗ ਦੇ ਮਾਡਲ ਨੇ ਸਿਰਫ ਨਿਆਂ ਵਾਲੇ ਦ੍ਰਿਸ਼ਟੀਕੋਣ ਨੂੰ ਹੀ ਉੱਚਾ ਦਰਜਾ ਦਿੱਤਾ, ਜਿਹੜਾ ਕਿ ਇੱਕ ਵੱਡਾ ਪੱਖਪਾਤ ਸੀ। ਚਲੋ, ਹੁਣ ਜਦੋਂ ਅਸੀਂ ਤਿੰਨੋਂ ਸਿਧਾਂਤਾਂ ਨੂੰ ਸਮਝ ਲਿਆ ਹੈ, ਤਾਂ ਆਓ ਇਹਨਾਂ ਨੂੰ ਇਮਤਿਹਾਨ ਦੇ ਨਜ਼ਰੀਏ ਤੋਂ ਇੱਕ ਛੋਟੇ ਜਿਹੇ ਸਾਰ ਵਿੱਚ ਬੰਨ੍ਹ ਲਈਏ ਤਾਂ ਕਿ ਮੁੱਖ ਫਰਕ ਹਮੇਸ਼ਾ ਯਾਦ ਰਹਿਣ। ਤਾਂ ਯਾਦ ਰੱਖੋ, ਪਿਆਜੇ ਬੱਚਾ ਇੱਕ ਇਕੱਲਾ ਵਿਗਿਆਨੀ ਹੈ, ਜਿਸ ਲਈ ਉਮਰ ਤੇ ਦਿਮਾਗੀ ਵਿਕਾਸ ਸਭ ਤੋਂ ਜ਼ਰੂਰੀ ਹੈ। ਵਾਈਗੋਟਸਕੀ ਬੱਚਾ ਇੱਕ ਸਮਾਜਿਕ ਜੀਵ ਹੈ, ਜਿਸ ਲਈ ਸਮਾਜ ਤੇ ਭਾਸ਼ਾ ਸਿੱਖਣ ਦੇ ਸਭ ਤੋਂ ਵੱਡੇ ਔਜ਼ਾਰ ਨੇ। ਅਤੇ ਕੋਹਲਬਰਗ ਬੱਚਾ ਇੱਕ ਨੈਤਿਕ ਜੱਜ ਹੈ, ਜਿਸ ਦੇ ਸਹੀ ਗਲਤ ਦਾ ਫੈਸਲਾ ਉਸ ਦੇ ਤਰਕ ਦੇ ਪੱਧਰ ਤੇ ਨਿਰਭਰ ਕਰਦਾ ਹੈ। ਚਲੋ, ਇੱਕ ਆਖਰੀ ਸਵਾਲ ਨਾਲ ਸਭ ਕੁਝ ਪੱਕਾ ਕਰਦੇ ਹਾਂ।
ਜੇ ਇੱਕ ਬੱਚਾ ਆਪਣੇ ਕੰਮ ਨੂੰ ਨਿਰਦੇਸ਼ਿਤ ਕਰਨ ਲਈ ਯਾਨੀ ਗਾਈਡ ਕਰਨ ਲਈ ਭਾਸ਼ਾ ਵਰਤ ਰਿਹਾ ਹੈ ਤਾਂ ਇਸ ਦਾ ਮਤਲਬ ਹੈ ਕਿ ਭਾਸ਼ਾ ਇੱਕ ਔਜ਼ਾਰ ਵਾਂਗ ਕੰਮ ਕਰ ਰਹੀ ਹੈ। ਇਹ ਵਿਚਾਰ ਕਿਸ ਦਾ ਸੀ? ਪਿਆਜੇ ਦਾ ਤਾਂ ਬਿਲਕੁਲ ਨਹੀਂ, ਕਿਉਂਕਿ ਉਹ ਇਸ ਨੂੰ ਬੇਕਾਰ ਮੰਨਦੇ ਸਨ। ਇਹ ਵਿਚਾਰ ਵਾਇਗੋਸਕੀ ਦਾ ਸੀ, ਜਿਸ ਨੂੰ ਉਹ ਨਿੱਜੀ ਵਾਰਤਾ ਕਹਿੰਦੇ ਸਨ। ਇਸ ਲਈ ਸਹੀ ਜਵਾਬ ਹੈ ਬੀ। ਜੇ ਇਸ ਤਰ੍ਹਾਂ ਸੋਚਣਾ ਆ ਗਿਆ ਹੈ ਤਾਂ ਸਮਝੋ ਕਿ ਸੀਟੈਟ ਦੇ ਇਹ 15 ਨੰਬਰ ਪੱਕੇ ਹੋਣ ਦੇ ਬਹੁਤ ਨੇੜੇ ਹਨ।